ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਆਪਣੇ YouTube ਚੈਨਲ ਕਥਾ ਗੁਰਬਾਣੀ ਵਿਚਾਰ ਵਿੱਚ ਸਵਾਗਤ ਹੈ। ਐਸਾ ਜੋਗੀ ਵਡਭਾਗੀ ਭੇਟੇ ਮਾਇਆ ਕੇ ਬੰਧਨ ਕਾਟ, ਸੇਵਾ ਪੁੱਜ ਕਰ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟ। ਸਤਿਗੁਰ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੋਗੀ ਉਹੀ ਸੱਚਾ ਜੋਗੀ ਹੈ ਤੇ ਉਸ ਨੂੰ ਮਿਲੋ ਜਿਹੜਾ ਮਾਇਆ ਦੇ ਬੰਧਨ ਕੱਟੇ ਤੇ ਮਾਇਆ ਦੇ ਬੰਧਨ ਕੱਟਣ ਵਾਲਾ ਹੈ। ਐਸੇ ਪੁਰਸ਼ ਅਥਵਾ ਗਿਆਨੀ ਦੀ ਸੇਵਾ ਤੇ ਪੂਜਾ ਹੋਣ ਤੋਂ ਬਿਨਾਂ ਉਸ ਦੇ ਚਰਨਾਂ ਨੂੰ ਹੱਥ ਲਾਉਣਾ ਚਾਹੀਦਾ ਹੈ, ਚਰਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਸਤਿਗੁਰ ਜੀ ਬਹੁਤ ਉਤਸੁਕ ਕਰਦੇ ਹਨ, ਪਰ ਪਖੰਡੀ ਜੋਗੀ ਸੰਤ ਆਦਿਕ ਜੋ ਸਿਰਫ ਭੇਖਧਾਰੀ ਹਨ, ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਣ ਤੋਂ ਵਰਜਿਆ ਹੈ। ਅੱਜ ਕੱਲ੍ਹ ਭੇਖ ਦੇ ਪਿੱਛੇ ਬਹੁਤ ਲੱਗਦੇ ਹਨ, ਸੱਚ ਨੂੰ ਨਹੀਂ ਜਾਣਦੇ। ਐਸੇ ਸੱਚ ਨੂੰ ਪਰਖਣ ਦੇ ਗੁਰਮੁਖ ਉੱਤੇ ਚੱਲਣ ਵਾਲੇ ਭਾਈ ਤਿਲਕੂ ਜੀ ਹੋਏ ਸਨ, ਜੋ ਬਹੁਤ ਮਹਾਂਪੁਰਖ ਸਨ। ਭਾਈ ਤਿਲਕੂ ਜੀ ਗੜ੍ਹ ਸ਼ੰਕਰ ਦੇ ਵਸਨੀਕ ਤੇ ਪੰਚਮ ਪਾਤਸ਼ਾਹ ਜੀ ਦੇ ਸਿੱਖ ਸਨ। ਉਹਨਾਂ ਦਾ ਨੇਮ ਸੀ ਕਿ ਰਾਤ ਦਿਨ ਹਰ ਘੜੀ ਮੂਲ ਮੰਤਰ ਦਾ ਪਾਠ ਕਰਦੇ ਰਹਿੰਦੇ ਸਨ। ਕਦੀ ਕਿਸੇ ਨੂੰ ਮਾੜਾ ਬਚਨ ਨਹੀਂ ਸਨ ਆਖਦੇ। ਸੱਚ ਦੇ ਪੈਰੋਕਾਰ ਤੇ ਕਾਰ ਵਿਹਾਰ ਦੇ ਪੂਰੇ ਸਨ। ਗੁਰੂ ਮਹਾਰਾਜ ਤੋਂ ਬਿਨਾਂ ਕਿਸੇ ਦੇ ਚਰਨਾਂ ਉੱਤੇ ਸਿਰ ਨਹੀਂ ਸੀ ਝੁਕਾਉਂਦੇ। ਦਸਾਂ ਨੂੰਹਾਂ ਕਿਰਤ ਕਰਕੇ ਰੋਟੀ ਖਾਣੀ, ਦੇਣਾ ਲੈਣਾ ਕਿਸੇ ਦਾ ਕੁਝ ਨਹੀਂ ਸੀ। ਐਸੀ ਉਹਨਾਂ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਸੀ। ਗੜ੍ਹ ਸ਼ੰਕਰ ਵਿੱਚ ਇੱਕ ਜੋਗੀ ਰਹਿੰਦਾ ਸੀ। 110 ਸਾਲ ਦੀ ਆਯੂ ਹੋ ਜਾਣ ਅਤੇ ਘੋਰ ਤਪੱਸਿਆ ਕਰਨ ਦੇ ਵੀ ਉਸਦੇ ਮਨ ਵਿੱਚੋਂ ਹੰਕਾਰ ਨਹੀਂ ਸੀ ਗਿਆ। ਉਹ ਅਭਿਮਾਨੀ ਹੋ ਗਿਆ ਤੇ ਆਪਣੀ ਸ਼ੋਭਾ ਕਰਾਉਂਦਾ ਸੀ। ਲੋਕਾਂ ਨੂੰ ਪਿੱਛੇ ਲਾ ਕੇ ਆਪਣਾ ਜਸ ਸੁਣਾਉਂਦਾ ਸੀ। ਉਸਨੇ ਆਪਣੇ ਜਿਉਂਦੇ ਜੀ ਇੱਕ ਬਹੁਤ ਵੱਡਾ ਭੰਡਾਰਾ ਕੀਤਾ। ਜਦੋਂ ਭੰਡਾਰਾ ਤਿਆਰ ਹੋਇਆ ਤਾਂ ਉਸਨੇ ਸਾਰੇ ਨਗਰ ਵਿੱਚ ਬਾਹਰੇ ਵਿੱਚ ਢਿੰਡੋਰਾ ਫਿਰਾ ਦਿੱਤਾ। ਜਿਹੜਾ ਇਸਤਰੀ ਪੁਰਸ਼ ਬਾਲ ਬੁੱਢਾ ਜਵਾਨ ਭੰਡਾਰੇ ਵਿੱਚ ਭੋਜਨ ਛਕੇਗਾ, ਉਸ ਨੂੰ 200 ਸਾਲ ਵਾਸਤੇ ਸਵਰਗ ਹਾਸਲ ਹੋਵੇਗਾ। ਉਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਣਗੇ। ਉਸ ਜੋਗੀ ਦਾ ਇਹ ਸੰਦੇਸ਼ ਸੁਣ ਕੇ ਨਗਰ ਦੇ ਲੋਕ ਬਾਲ ਬੱਚਿਆਂ ਸਮੇਤ ਧਾ ਕੇ ਗਏ, ਭੰਡਾਰਾ ਛਕਿਆ, ਜੋਗੀ ਦਾ ਜਸ ਕੀਤਾ। ਜਦੋਂ ਸਾਰੇ ਭੋਜਨ ਛਕ ਚੁੱਕੇ ਤਾਂ ਜੋਗੀ ਨੇ ਆਪਣੇ ਮੁਖੀ ਚੇਲੇ ਨੂੰ ਆਖਿਆ, ਪਤਾ ਕਰੋ ਕੋਈ ਇਸਤਰੀ ਪੁਰਸ਼ ਭੰਡਾਰੇ ਵਿੱਚ ਆਉਣ ਤੋਂ ਰਹਿ ਤਾਂ ਨਹੀਂ ਗਿਆ। ਜੇ ਰਹਿ ਗਿਆ ਹੋਵੇ ਤਾਂ ਉਸ ਨੂੰ ਵੀ ਸੱਦੋ। ਜੋਗੀ ਦਾ ਐਸਾ ਹੁਕਮ ਸੁਣ ਕੇ ਉਸਦੇ ਮੁਖੀ ਚੇਲੇ ਨੇ ਸ਼ਹਿਰ ਵਿੱਚ ਸੇਵਕ ਭੇਜੇ। ਉਹਨਾਂ ਨੇ ਪਤਾ ਕੀਤਾ ਤੇ ਆਖਿਆ, ਮਹਾਰਾਜ ਭਾਈ ਤਿਲਕੂ ਨਹੀਂ ਆਇਆ। ਹੋਰ ਤਾਂ ਸਾਰੇ ਭੋਜਨ ਛਕ ਕੇ ਗਏ ਹਨ। ਉਹ ਆਖਦਾ ਹੈ ਮੈਨੂੰ ਸਵਰਗ ਦੀ ਲੋੜ ਨਹੀਂ, ਉਹ ਨਹੀਂ ਆਉਂਦਾ। ਜੋਗੀ ਨੇ ਉਸ ਵੱਲ ਮੁੜ ਕੇ ਬੰਦੇ ਭੇਜੇ ਤੇ ਆਖਿਆ, ਉਸ ਨੂੰ ਆਖੋ ਕਿ ਤੈਨੂੰ 10 ਸਾਲ ਵਾਸਤੇ ਸਵਰਗ ਮਿਲੇਗਾ, ਮੇਰਾ ਭੰਡਾਰਾ ਸੰਪੂਰਨ ਹੋਏ। ਉਹ ਹੁਕਮ ਸੁਣ ਕੇ ਭਾਈ ਤਿਲਕੂ ਕੋਲ ਗਏ, ਉਸ ਨੂੰ 10 ਸਾਲ ਸਾਬਤ ਦੱਸਿਆ। ਉਹ ਹੱਸ ਪਿਆ। ਇੰਨੇ ਸਸਤੇ ਸਵਰਗੀ ਜੀਵਨ ਨੂੰ ਦੇਣ ਵਾਲੇ ਜੋਗੀ ਦੇ ਮੱਥੇ ਲੱਗਣਾ ਹੀ ਪਾਪ ਹੈ। ਮੈਨੂੰ ਸਵਰਗ ਨਹੀਂ ਚਾਹੀਦਾ। ਮੇਰੇ ਸਵਰਗ ਮੇਰੇ ਜੀਵਨ ਨੂੰ ਲੈਣ ਦੇਣ ਵਾਲਾ ਮੇਰਾ ਵਾਹਿਗੁਰੂ ਹੈ। ਮੇਰਾ ਤਾਂ ਉਸੇ 'ਤੇ ਹੀ ਓਟ ਰੱਖ ਬੈਠਾ ਹਾਂ। ਜਾਓ ਜੋਗੀ ਨੂੰ ਦੱਸ ਦਿਓ। ਚੇਲੇ ਹਾਰ ਕੇ ਚਲੇ ਗਏ ਤੇ ਜੋਗੀ ਨੂੰ ਜਾ ਦੱਸਿਆ। ਜੋਗੀ ਸੁਣ ਕੇ ਆਪੇ ਤੋਂ ਬਾਹਰ ਹੋ ਗਿਆ, ਕ੍ਰੋਧ ਨਾਲ ਬੋਲ ਉੱਠਿਆ। ਉਸਨੇ ਆਖਿਆ, ਮੈਂ ਦੇਖਦਾ ਹਾਂ ਉਸ ਦਾ ਕਿਹੜਾ ਗੁਰੂ ਹੈ, ਉਸ ਦੀ ਕਿੰਨੀ ਸ਼ਕਤੀ ਹੈ। ਹੁਣੇ ਹੀ ਉਹ ਆਏਗਾ ਤੇ ਪੈਰੀ ਪਵੇਗਾ। ਤਿਲਕੂ ਤਿਲਕ ਕੇ ਹੀ ਆ ਰਿਹਾ ਹੈ। ਇਉਂ ਬੋਲਦਾ ਹੋਇਆ ਜੋਗੀ ਨਾਲ ਪੀੜਾ ਹੋ ਗਿਆ ਤੇ ਆਸਣ ਤੋਂ ਉੱਠ ਬੈਠਾ। ਉਸ ਦੇ ਹਿਰਦੇ ਵਿੱਚ ਹੰਕਾਰ ਤੇ ਵੈਰ ਭਾਵਨਾ ਆ ਗਈ। ਵੈਰ ਭਾਵਨਾ ਨੇ ਜੋਗੀ ਦੀ ਸਾਰੀ ਤਪੱਸਿਆ ਤੇ ਭਗਤੀ ਕਮਜ਼ੋਰ ਕੀਤੀ। ਜੋਗੀ ਨੂੰ ਆਪਣੇ ਜੋਗ ਬਲ ਉੱਤੇ ਬਹੁਤ ਮਾਣ ਸੀ। ਉਸਨੇ ਸਮਾਧੀ ਲਾਈ। ਜੋਗ ਬਲ ਨਾਲ ਭੂਤ ਪ੍ਰੇਤ ਵੀਰ ਸੱਦੇ ਤੇ ਉਹਨਾਂ ਨੂੰ ਆਗਿਆ ਕੀਤੀ, ਜਾਓ ਤਿਲਕੂ ਨੂੰ ਤੰਗ ਕਰੋ, ਉਹ ਮੇਰੇ ਭੰਡਾਰੇ ਵਿੱਚ ਆਏ। ਜੋਗੀ ਦਾ ਹੁਕਮ ਸੁਣ ਕੇ ਵੀਰ ਤੇ ਭੂਤ ਪ੍ਰੇਤ ਭਾਈ ਤਿਲਕੂ ਦੇ ਘਰ ਗਏ। ਪਹਿਲਾਂ ਤਾਂ ਹਨੇਰੀ ਵਾਂਗ ਉਸਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਤੇ ਬੰਦ ਹੋਏ। ਧਰਤੀ ਡੋਲੀ ਤੇ ਭਾਈ ਤਿਲਕੂ ਦੇ ਮੁਖ ਤੋਂ ਨਿਕਲਿਆ, ਸਤਨਾਮ ਸਤਿਕਰਤਾਰ। ਉਹ ਹਵਾ ਰੁਕ ਗਈ। ਫਿਰ ਭਾਈ ਤਿਲਕੂ ਮੂਲ ਮੰਤਰ ਦਾ ਪਾਠ ਕਰਨ ਲੱਗ ਪਿਆ। ਜਿਉਂ-ਜਿਉਂ ਉਹ ਪਾਠ ਕਰੀ ਗਿਆ, ਤਿਉਂ-ਤਿਉਂ ਸਾਰੇ ਖਤਰੇ ਦੂਰ ਹੋ ਗਏ। ਜੋਗੀ ਦੇ ਸਾਰੇ ਭੂਤ ਤੇ ਵੀਰ ਉਸਦੇ ਕੋਲ ਗਏ।
ਉਹਨਾਂ ਨੇ ਹੱਥ ਜੋੜ ਕੇ ਮੰਦੇ ਹਾਲ ਜੋਗੀ ਅਤੇ ਬੇਨਤੀ ਕੀਤੀ, ਹੇ ਮਾਲਕ, ਅਸਾਂ ਕੋਈ ਪੇਸ਼ ਨਹੀਂ ਜਾਂਦੀ। ਉਸ ਦੀ ਰਾਖੀ ਸਾਡੇ ਨਾਲੋਂ ਕੋਈ ਮਹਾਨ ਸ਼ਕਤੀ ਬੰਦੇ ਕਰ ਰਹੇ ਹਨ। ਉਹਨਾਂ ਪਾਸੋਂ ਤਾਂ ਚਪੇੜਾਂ ਦੇ ਧੱਕੇ ਵੱਜਦੇ ਹਨ। ਘੁਲ ਘੁਲ ਕੇ ਫਾਹੇ ਹੋ ਆਏ ਹਾਂ। ਉਹ ਤਿਲਕੂ ਕੋਈ ਕਲਾਮ ਪੜ੍ਹੀ ਜਾਂਦਾ ਹੈ। ਅਸੀਂ ਚੱਲੇ, ਅਸੀਂ ਸੇਵਾ ਨਹੀਂ ਕਰ ਸਕਦੇ। ਇਹ ਆਖ ਕੇ ਸਾਰੀਆਂ ਬਦ ਰੂਹਾਂ ਚਲੀਆਂ ਗਈਆਂ। ਜੋਗੀ ਦੀ ਸੂਰਤ ਕਾਇਮ ਨਾ ਰਹਿ ਸਕੀ। ਉਹ ਬਦ ਰੂਹਾਂ ਨੂੰ ਕਾਬੂ ਨਾ ਰੱਖ ਸਕਿਆ। ਉਹ ਸਾਰੀਆਂ ਚਲੀਆਂ ਗਈਆਂ। ਜੋਗੀ ਨਿਰਾਸ਼ ਹੋ ਕੇ ਸਮਾਧੀ ਤੋਂ ਉੱਠ ਬੈਠਾ ਅਤੇ ਭਾਈ ਤਿਲਕੂ ਦੇ ਕੋਲ ਗਿਆ ਅਤੇ ਉਸਦੇ ਘਰ ਦਾ ਬੂਹਾ ਖੜਕਾਇਆ। ਆਵਾਜ਼ ਦਿੱਤੀ, ਭਾਈ ਤਿਲਕੂ ਜੀ, ਬੂਹਾ ਖੋਲ੍ਹੋ, ਜੋਗੀ ਆਪ ਦੇ ਦਰਸ਼ਨ ਕਰਨ ਆਇਆ ਹੈ। ਇਹ ਸੁਣ ਕੇ ਭਾਈ ਤਿਲਕੂ ਜੀ ਉੱਠੇ। ਉਹਨਾਂ ਨੇ ਬੂਹਾ ਖੋਲ੍ਹਿਆ ਅਤੇ ਵੇਖਿਆ ਤਾਂ ਜੋਗੀ ਬਾਹਰ ਖਲੋਤਾ ਸੀ। ਉਸਦੇ ਪਿੱਛੇ ਉਸਦੇ ਚੇਲੇ ਸਨ, ਕੁਝ ਸ਼ਹਿਰ ਦੇ ਲੋਕ ਸਨ। ਭਾਈ ਜੀ, ਇਹ ਦੱਸੋ ਤੁਸਾਂ ਦਾ ਗੁਰੂ ਕੌਣ ਹੈ? ਜੋਗੀ ਨੇ ਪੁੱਛਿਆ। ਭਾਈ ਤਿਲਕੂ ਜੀ, ਮੇਰਾ ਗੁਰੂ ਸਤਿਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਨੇ 5 ਚੋਰਾਂ ਨੂੰ ਮਾਰਨ ਦੀ ਸਿੱਖਿਆ ਦਿੱਤੀ ਹੈ। ਜੋਗੀ ਮੰਤਰ ਕਿਹੜਾ ਪੜ੍ਹਦਾ ਹੈ? ਭਾਈ ਤਿਲਕੂ ਜੀ, ਸਤ ਕਰਤਾਰ, ਇੱਕ ਓਮਕਾਰ, ਸਤਨਾਮ ਕਰਤਾ ਪੁਰਖ। ਭਾਈ ਜੀ ਨੇ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ। ਇਹ ਮੰਤਰ ਹੀ ਕਲਿਆਣਕਾਰੀ ਹੈ। ਤੁਸਾਂ ਵਾਂਗ ਸਾਲ 2 ਸਾਲ ਮੁਕਤੀ ਨਿਲਾਮ ਨਹੀਂ ਕੀਤੀ ਜਾਂਦੀ। ਇਹ ਤੁਸਾਂ ਦੀ ਗਲਤੀ ਸਮਝੋ। ਇਸ ਲਈ ਮੈਂ ਨਹੀਂ ਕਿਹਾ। ਮੇਰਾ ਗੁਰੂ ਤੇ ਪਾਰ ਉਤਾਰਾ ਕਰਦਾ ਹੈ। ਭਾਈ ਤਿਲਕੂ ਜੀ ਦੇ ਬਚਨਾਂ ਦਾ ਅਸਰ ਜੋਗੀ ਦੇ ਮਨ ਉੱਤੇ ਪਿਆ ਅਤੇ ਅੰਤ ਭਾਈ ਤਿਲਕੂ ਜੋਗੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜਿਆ। ਸਤਿਗੁਰੂ ਜੀ ਨੇ ਜੋਗੀ ਨੂੰ ਉਪਦੇਸ਼ ਕਰਕੇ ਭਗਤੀ ਭਾਵ ਦੇ ਸੱਚੇ ਮਾਰਗ ਵੱਲ ਤੋਰਿਆ।